ਹਫ਼ਤੇ ਭਰ ਦੀਆਂ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਲੈ ਕੇ ਮੈਂ ਬਰਨ ਕੌਰ ਮਾਨ ਹਾਜ਼ਰ। ਸਤਿ ਸ੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ ਦੀ ਖਾਸ ਪੇਸ਼ਕਸ਼ ਵੀਕਲੀ ਇਮੀਗ੍ਰੇਸ਼ਨ ਅਪਡੇਟ। ਡੌਂਕੀ ਲਗਾ ਕੇ ਅਮਰੀਕਾ ਜਾ ਰਹੇ ਪ੍ਰਵਾਸੀਆਂ ਨਾਲ ਭਰੀ ਕਿਸ਼ਤੀ ਪਲਟੀ, 17 ਦੀ ਮੌਤ। ਅਮਰੀਕਾ ਦਾ ਬਾਰਡਰ ਟੱਪ ਗਏ 5 ਲੱਖ ਪ੍ਰਵਾਸੀ, ਦੇਖਦੇ ਰਹਿ ਗਏ ਅਫਸਰ, ਨਹੀਂ ਹੋਈ ਕੋਈ ਕਾਰਵਾਈ। ਮੈਕਸੀਕੋ ਵਿੱਚ 94 ਪ੍ਰਵਾਸੀਆਂ ਨਾਲ ਭਰਿਆ ਟਰੱਕ ਸੜਕ ਵਿਚਕਾਰ ਛੱਡ ਭੱਜਿਆ ਚਾਲਕ। ਕੈਨੇਡਾ ਵਾਲਿਆਂ ਨੂੰ ਤੁਰੰਤ ਪਾਸਪੋਰਟ ਵਾਸਤੇ ਦੇਣੀ ਹੋਵੇਗੀ ਵਾਧੂ ਫੀਸ। ਕੈਨੇਡਾ 'ਚ ਸਟੱਡੀ ਵੀਜ਼ਾ ਮਿਲਣਾ ਹੋਇਆ ਔਖਾ, ਟੌਪਰਾਂ ਨੂੰ ਵੀ ਇਨਕਾਰ। ਇਮੀਗ੍ਰੇਸ਼ਨ ਤੇ ਆਪਣਾ ਕੰਟਰੋਲ ਚਾਹੁੰਦੇ ਨੇ ਕੈਨੇਡਾ ਦੇ 4 ਸੂਬੇ। ਕੈਨੇਡਾ ਆ ਰਹੇ ਕੌਮਾਂਤਰੀ ਵਿਦਿਆਰਥੀਆਂ ਨੂੰ ਕਿਊਬੈਕ ਸੂਬਾ ਕੌਮਾਂਤਰੀ ਵਿਦਿਆਰਥੀ ਫੀਸਾਂ ਵਿੱਚ ਦੇਣ ਜਾ ਰਿਹਾ ਛੋਟ। ਯਾਤਰੀਆਂ ਲਈ ਖਾਸ ਖਬਰ, ਅੰਮ੍ਰਿਤਸਰ ਤੋਂ ਲੰਡਨ ਲਈ 2 ਨਵੀਆਂ ਉਡਾਣਾਂ ਹੋਣਗੀਆਂ ਸ਼ੁਰੂ। ਜਲੰਧਰ ਤੋਂ ਦਿੱਲੀ 에ਅਰਪੋਰਟ ਰੋਜ਼ਾਨਾ ਜਾਣਗੀਆਂ 13 ਵੋਲਵੋ ਬੱਸਾਂ, 1160 ਰੁਪਏ ਪ੍ਰਤੀ ਯਾਤਰੀ ਕਿਰਾਇਆ। ਸਪਾਈਸ ਜੈਟ ਨੂੰ 8 ਹਫ਼ਤਿਆਂ ਲਈ 50% ਪ੍ਰਵਾਨਿਤ ਉਡਾਣਾਂ ਚਲਾਉਣ ਦੇ ਆਦੇਸ਼। 50% ਉਡਾਣਾਂ ਤੇ 8 ਹਫ਼ਤਿਆਂ ਲਈ ਇਸ ਹਫ਼ਤੇ ਲਗਾ ਦਿੱਤੀ ਗਈ ਰੋਕ। ਸ਼ਾਰਜਾ ਲਈ ਅੰਮ੍ਰਿਤਸਰ ਤੋਂ ਇੰਡੀਗੋ ਦੀ ਫਲਾਈਟ ਇਸ ਹਫ਼ਤੇ ਹੋਈ ਬੰਦ। ਜਰਮਨੀ ਦੇ ਲੁਫਥਾਂਸਾ ਦੀਆਂ ਇਸ ਹਫ਼ਤੇ 1000 ਉਡਾਣਾਂ ਹੋਈਆਂ ਰੱਦ, 1,34,000 ਯਾਤਰੀ ਪ੍ਰਭਾਵਿਤ। ਨਵੀਂ ਦਿੱਲੀ, ਬੈਂਕਾਕ, ਨਿਊਯਾਰਕ, ਲਾਸ ਏਂਜਲਸ, ਸਿੰਗਾਪੁਰ, ਜੋਹਾਨਸਬਰਗ ਦੀਆਂ ਉਡਾਣਾਂ ਵੀ ਹੋਈਆਂ ਰੱਦ। ਯਾਤਰੀਆਂ ਦੇ ਮਨ 'ਚ ਉਤਰਿਆ ਕੈਨੇਡਾ ਦਾ ਪੀਅਰਸਨ 에ਅਰਪੋਰਟ। ਤੁਸੀਂ ਦੇਖ ਰਹੇ ਹੋ ਵੀਕਲੀ ਇਮੀਗ੍ਰੇਸ਼ਨ ਅਪਡੇਟ। ਬਹਾਮਾਸ ਦੇ ਪ੍ਰਧਾਨ ਮੰਤਰੀ ਫਿਲਿਪ ਡੇਵਿਸ ਨੇ ਕਿਹਾ ਕਿ ਸੁਰੱਖਿਆ ਬਲਾਂ ਨੂੰ ਸਮੁੰਦਰੀ ਤੱਟ ਤੋਂ ਘੱਟੋ-ਘੱਟ 17 ਹੈਤੀ ਪ੍ਰਵਾਸੀਆਂ ਦੀਆਂ ਲਾਸ਼ਾਂ ਮਿਲੀਆਂ ਨੇ। ਡੇਵਿਸ ਨੇ ਐਤਵਾਰ ਨੂੰ ਕਿਹਾ ਕਿ ਬਚਾਅ ਕਰਮਚਾਰੀਆਂ ਦਾ ਮੰਨਣਾ ਹੈ ਕਿ ਪ੍ਰਵਾਸੀਆਂ ਦੀ ਮੌਤ ਉਦੋਂ ਹੋਈ ਜਦੋਂ ਇੱਕ ਸ਼ੱਕੀ ਮਨੁੱਖੀ ਤਸਕਰੀ ਮੁਹਿੰਮ ਦੇ ਵਿਚਕਾਰ ਪਿਛਲੇ ਐਤਵਾਰ ਸਮੁੰਦਰ ਵਿੱਚ ਜਹਾਜ਼ ਪਲਟ ਗਿਆ। ਡੇਵਿਸ ਦੇ ਹਵਾਲੇ ਨਾਲ CNN ਨੇ ਕਿਹਾ ਕਿ ਰਾਇਲ ਬਹਾਮਾਸ ਪੁਲਿਸ ਫੋਰਸ ਅਤੇ ਰਾਇਲ ਬਹਾਮਾਸ ਡਿਫੈਂਸ ਫੋਰਸ ਨੇ ਨਿਊ ਪ੍ਰੋਵੀਡੈਂਸ ਤੋਂ 7 ਮੀਲ ਦੂਰ ਸਥਾਨਕ ਸਮੇਂ ਅਨੁਸਾਰ ਦੁਪਹਿਰ 1 ਵਜੇ ਦੇ ਕਰੀਬ ਇੱਕ ਬੋਟਿੰਗ ਘਟਨਾ ਵਿੱਚ ਪਾਣੀ 'ਚ 15 ਔਰਤਾਂ, 1 ਆਦਮੀ ਅਤੇ 1 ਬੱਚੇ ਦੀ ਲਾਸ਼ ਲੱਭੀ। ਉਹਨਾਂ ਨੇ ਕਿਹਾ ਕਿ 25 ਲੋਕਾਂ ਨੂੰ ਬਚਾਇਆ ਗਿਆ ਅਤੇ ਕਈ ਲੋਕਾਂ ਦੇ ਲਾਪਤਾ ਹੋਣ ਦਾ ਖਦਸ਼ਾ ਹੈ। ਖੋਜ ਅਤੇ ਬਚਾਅ ਕਾਰਜ ਜਾਰੀ ਨੇ। ਉਹਨਾਂ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਬੈਸਟ ਵੇ ਸਟਰੀਟ ਤੇ 60 ਲੋਕਾਂ ਦੇ ਨਾਲ 2 ਇੰਜਨ ਵਾਲੀ ਸਪੀਡ ਬੋਟ ਰਾਤ 1 ਵਜੇ ਮਿਆਮੀ, ਫਲੋਰੀਡਾ ਲਈ ਰਵਾਨਾ ਹੋਈ। ਡੇਵਿਸ ਨੇ ਕਿਹਾ, ਮੈਂ ਸਾਡੀ ਸਰਕਾਰ ਅਤੇ ਬਹਾਮਾ ਦੇ ਲੋਕਾਂ ਦੀ ਤਰਫੋਂ ਉਹਨਾਂ ਲੋਕਾਂ ਦੇ ਪ੍ਰਤੀ, ਉਹਨਾਂ ਪਰਿਵਾਰਾਂ ਦੇ ਪ੍ਰਤੀ ਸੰਵੇਦਨਾ ਪ੍ਰਗਟ ਕਰਨਾ ਚਾਹੁੰਦਾ ਹੈ ਜਿਨ੍ਹਾਂ ਨੇ ਇਸ ਦੁਖਾਂਤ ਵਿੱਚ ਆਪਣੀ ਜਾਨ ਗਵਾ ਦਿੱਤੀ ਹੈ। ਡੇਵਿਸ ਨੇ ਕਿਹਾ, ਅਸੀਂ ਮਨੁੱਖੀ ਤਸਕਰੀ ਦੀ ਮੁਹਿੰਮ ਦੀ ਸਖਤ ਨਿੰਦਾ ਕਰਦੇ ਹਾਂ ਜੋ ਸਾਡੀ ਰਾਸ਼ਟਰੀ ਸੁਰੱਖਿਆ ਨਾਲ ਸਮਝੌਤਾ ਕਰਕੇ ਮਨੁੱਖੀ ਜਾਨਾਂ ਨੂੰ ਖਤਰੇ ਵਿੱਚ ਪਾਉਂਦੀ ਹੈ। ਇਸ ਮੁਹਿੰਮ ਵਿੱਚ ਸ਼ਾਮਲ ਪਾਏ ਜਾਣ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਏਗੀ। ਉਹਨਾਂ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਅਜਿਹੀ ਯਾਤਰਾ ਨਾ ਕਰਨ ਦੀ ਅਪੀਲ ਕਰਦੇ ਹਾਂ। ਬਹਾਮਾਸ ਦੇ ਪੁਲਿਸ ਕਮਿਸ਼ਨਰ ਕਲੇਟਨ ਨੇ ਕਿਹਾ ਹੈ ਕਿ 20 ਫੁੱਟ ਲੰਬੀ ਸਪੀਡ ਬੋਟ ਤੇ ਕਰੀਬ 50 ਤੋਂ 60 ਲੋਕ ਸਵਾਰ ਸੀ। ਉਹਨਾਂ ਨੇ ਦੱਸਿਆ ਕਿ ਛੁਡਾਏ ਗਏ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਅਮਰੀਕਾ ਜਾਣ ਦਾ ਹਰ ਕੋਈ ਸੁਪਨਾ ਵੇਖਦਾ ਹੈ, ਹਰ ਕੋਈ ਚਾਹੁੰਦਾ ਹੈ ਕਿ ਉਹ ਅਮਰੀਕਾ ਜਾ ਕੇ ਆਪਣਾ ਭਵਿੱਖ ਸੰਵਾਰੇ। ਇਸੇ ਦਰਮਿਆਨ ਅਮਰੀਕਾ ਤੋਂ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਦਰਅਸਲ ਅਮਰੀਕਾ ਦੀ ਸਰਹੱਦ ਜੋ ਵੱਖ-ਵੱਖ ਦੇਸ਼ਾਂ ਨਾਲ ਲੱਗਦੀ ਹੈ, ਉਸ ਸਰਹੱਦ ਨੂੰ 5 ਲੱਖ ਪ੍ਰਵਾਸੀ ਗੈਰ ਕਾਨੂੰਨੀ ਤਰੀਕੇ ਨਾਲ ਟੱਪ ਚੁੱਕੇ ਨੇ। ਇਹਨਾਂ ਵਿੱਚੋਂ ਕਿਸੇ ਨੂੰ ਵੀ ਰੋਕਿਆ ਨਹੀਂ ਗਿਆ ਅਤੇ ਨਾ ਹੀ ਕੋਈ ਕਾਰਵਾਈ ਕੀਤੀ ਗਈ ਹੈ। ਸਰਹੱਦ ਪਾਰ ਕਰਦੇ ਪ੍ਰਵਾਸੀਆਂ ਦੀਆਂ ਤਸਵੀਰਾਂ ਤੱਕ ਕੈਮਰੇ 'ਚ ਕੈਦ ਹੋ ਗਈਆਂ, ਪਰ ਇਸ ਦੇ ਬਾਵਜੂਦ ਕੋਈ ਵੀ ਕਾਰਵਾਈ ਅਮਲ 'ਚ ਨਹੀਂ ਲਿਆਂਦੀ ਗਈ। ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਕਈ ਪ੍ਰਵਾਸੀ ਡੌਂਕੀ ਲਾ ਕੇ ਜਦੋਂ ਮੈਕਸੀਕੋ ਦੇ ਜੰਗਲਾਂ ਵਿੱਚ ਹੁੰਦੇ ਹੋਏ ਅਮਰੀਕਾ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਆ ਤਾਂ ਉਹ ਅਕਸਰ ਉੱਥੇ ਤਾਇਨਾਤ ਸੁਰੱਖਿਆ ਏਜੰਸੀਆਂ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਜਾਂਦੇ ਆ। ਪਰ ਅਜਿਹੇ ਵਿੱਚ ਇਹਨਾਂ 5 ਲੱਖ ਲੋਕਾਂ ਵੱਲੋਂ ਇਸ ਤਰ੍ਹਾਂ ਸਰਹੱਦ ਨੂੰ ਪਾਰ ਕਰਨਾ ਹੈਰਾਨੀ ਵਾਲੀ ਗੱਲ ਹੈ। ਫੋਕਸ ਨਿਊਜ਼ ਦੀ ਰਿਪੋਰਟ ਮੁਤਾਬਕ ਇਹਨਾਂ ਪ੍ਰਵਾਸੀਆਂ ਨੂੰ ਸਰਹੱਦ ਪਾਰ ਕਰਦਿਆਂ ਨੂੰ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਏਜੰਟਾਂ ਨੇ ਵੀ ਵੇਖਿਆ ਸੀ, ਪਰ ਇਹ ਪ੍ਰਵਾਸੀ ਬਿਨਾਂ ਕਿਸੇ ਅੜਿੱਕੇ ਦੇ ਸਰਹੱਦ ਪਾਰ ਕਰ ਗਏ। ਪਿਛਲੇ ਸਾਲ ਅਕਤੂਬਰ ਤੋਂ ਹੁਣ ਤੱਕ ਦੇ ਅੰਕੜਿਆਂ ਮੁਤਾਬਕ ਹਰ ਮਹੀਨੇ ਔਸਤਨ 55,000 ਪ੍ਰਵਾਸੀ ਬਿਨਾਂ ਕਿਸੇ ਅੜਿੱਕੇ ਤੋਂ ਅਮਰੀਕਾ ਆ ਰਹੇ ਨੇ। ਇਹਨਾਂ ਪ੍ਰਵਾਸੀਆਂ ਵਿੱਚ ਪੰਜਾਬੀਆਂ ਦੀ ਵੱਡੀ ਗਿਣਤੀ ਸ਼ਾਮਲ ਦੱਸੀ ਜਾ ਰਹੀ ਹੈ। ਸਤੰਬਰ ਵਿੱਚ ਖਤਮ ਹੋ ਰਹੇ ਬੀਤੇ ਸਾਲ ਵਿੱਚ ਕੁੱਲ ਅੰਕੜਾ 6 ਲੱਖ ਤੋਂ ਵੀ ਟੱਪ ਸਕਦਾ ਹੈ। ਜਾਣਕਾਰੀ ਇਹ ਵੀ ਸਾਹਮਣੇ ਆਈ ਹੈ ਕਿ ਗ੍ਰਹਿ ਮੰਤਰੀ ਐਲਜ਼ੈਂਡਰੇ ਨੇ ਇਸ ਸਾਲ ਅਪ੍ਰੈਲ ਵਿੱਚ ਮੰਨਿਆ ਸੀ ਕਿ 2021 ਚ ਬੀਤੇ ਸਾਲ ਦੌਰਾਨ 3,90,000 ਪ੍ਰਵਾਸੀ ਗੈਰ ਤਰੀਕੇ ਨਾਲ ਅਮਰੀਕਾ 'ਚ ਆਏ, ਜੋ ਕਿ ਗੈਰ ਕਾਨੂੰਨੀ ਤਰੀਕਾ ਸੀ, ਜਿਨ੍ਹਾਂ ਨੂੰ ਸਰਹੱਦ ਤੇ ਕਿਸੇ ਨੇ ਨਹੀਂ ਰੋਕਿਆ।
ਮੈਕਸੀਕੋ ਦੇ ਵੈਰਾ ਕਰੂਜ਼ ਵਿੱਚ ਇੱਕ ਹਾਈਵੇ ਤੇ ਪ੍ਰਵਾਸੀਆਂ ਨਾਲ ਭਰਿਆ ਇੱਕ ਮਾਲ ਵਾਹਕ ਟ੍ਰੇਲਰ ਟਰੱਕ ਅੱਧ ਵਿਚਕਾਰ ਛੱਡ ਦਿੱਤਾ ਗਿਆ, ਜਿਸ ਤੋਂ ਬਾਅਦ ਇਸ ਵਿੱਚ ਸਵਾਰ 94 ਪ੍ਰਵਾਸੀਆਂ ਨੇ ਇਸ ਹਫ਼ਤੇ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਆਪ ਨੂੰ ਦਮ ਘੁੱਟਣ ਤੋਂ ਬਚਾ ਲਿਆ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਸੀ। ਖਾੜੀ ਤੱਟ ਰਾਜ ਵੈਰਾ ਕਰੂਜ਼ ਵਿੱਚ ਪ੍ਰਵਾਸੀਆਂ ਸੰਬੰਧੀ ਮਾਮਲਿਆਂ ਦੇ ਦਫ਼ਤਰ ਦੇ ਮੁਖੀ ਕਾਰਲੋਸ ਨੇ ਕਿਹਾ ਹੈ ਕਿ ਪ੍ਰਵਾਸੀਆਂ ਨੇ ਬਾਹਰ ਨਿਕਲਣ ਲਈ ਮਾਲ ਵਾਹਕ ਕੰਟੇਨਰ ਵਿੱਚ ਛੇਕ ਕੀਤਾ ਅਤੇ ਕੁਝ ਲੋਕ ਕੰਟੇਨਰ ਦੀ ਛੱਤ ਤੋਂ ਬਾਹਰ ਆਏ। ਕੰਟੇਨਰ ਦੀ ਛੱਤ ਤੋਂ ਛਾਲ ਮਾਰਨ ਤੇ ਕੁਝ ਪ੍ਰਵਾਸੀ ਜ਼ਖਮੀ ਵੀ ਹੋਏ। ਹਾਲਾਂਕਿ ਕਿਸੇ ਦੀ ਹੱਡੀ ਨਹੀਂ ਟੁੱਟੀ ਜਾਂ ਕੋਈ ਘਾਤਕ ਜ਼ਖਮੀ ਨਹੀਂ ਹੋਇਆ। ਐਸਕਲਾਂਟੇ ਨੇ ਦੱਸਿਆ ਕਿ ਸ਼ਹਿਰ ਦੇ ਨੇੜੇ ਸਥਾਨਕ ਨਿਵਾਸੀਆਂ ਨੇ ਰੌਲਾ ਸੁਣਿਆ ਤੇ ਮਾਲ ਵਾਹਕ ਕੰਟੇਨਰ ਨੂੰ ਖੋਲ੍ਹਣ ਵਿੱਚ ਮਦਦ ਕੀਤੀ। ਮੰਨਿਆ ਜਾ ਰਿਹਾ ਕਿ ਟ੍ਰੇਲਰ ਵਿੱਚ ਵੱਡੀ ਗਿਣਤੀ ਵਿੱਚ ਪ੍ਰਵਾਸੀ ਸਵਾਰ ਸੀ ਅਤੇ ਕੰਟੇਨਰ ਵਿੱਚੋਂ ਨਿਕਲਣ ਦੇ ਬਾਅਦ ਕੁਝ ਪ੍ਰਵਾਸੀ ਭੱਜ ਗਏ। ਗੁਆਟੇਮਾਲਾ ਅਤੇ ਅਲ ਸਲਵਾਡੋਰ ਦੇ 94 ਪ੍ਰਵਾਸੀਆਂ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ। ਬੁੱਧਵਾਰ ਨੂੰ ਸਾਹਮਣੇ ਆਏ ਇਸ ਮਾਮਲੇ ਨੇ 27 ਜੂਨ ਨੂੰ ਟੈਕਸਾਸ ਦੇ ਸੈਨ ਐਂਟੋਨੀਓ ਵਿੱਚ ਵਾਪਰੇ ਦੁਖਾਂਤ ਦੀਆਂ ਯਾਦਾਂ ਨੂੰ ਤਾਜ਼ਾ ਕਰ ਦਿੱਤਾ, ਜਦੋਂ ਇੱਕ ਮਾਲ ਵਾਹਕ ਟਰੱਕ ਵਿੱਚ ਛੱਡੇ ਗਏ 53 ਪ੍ਰਵਾਸੀਆਂ ਦੀ ਮੌਤ ਹੋ ਗਈ ਸੀ। ਪਾਸਪੋਰਟ ਦੀ ਉਡੀਕ ਵਿੱਚ ਲੱਗੀਆਂ ਲੰਬੀਆਂ ਕਤਾਰਾਂ ਦਰਮਿਆਨ ਕੈਨੇਡਾ ਸਰਕਾਰ ਵੱਲੋਂ ਇੱਕ ਨਵੀਂ ਵੈਬਸਾਈਟ ਸ਼ੁਰੂ ਕੀਤੀ ਗਈ ਹੈ, ਜਿਸ ਰਾਹੀਂ ਕਈ ਕਿਸਮ ਦੀਆਂ ਵੱਡਮੁੱਲੀਆਂ ਜਾਣਕਾਰੀਆਂ ਮੁਹੱਈਆ ਕਰਵਾਈਆਂ ਜਾਣਗੀਆਂ, ਪਰ ਪਾਸਪੋਰਟ ਵਾਸਤੇ ਅਪਾਇੰਟਮੈਂਟ ਬੁੱਕ ਕਰਨ ਦਾ ਕੋਈ ਤਰੀਕਾ ਨਹੀਂ ਦੱਸਿਆ ਗਿਆ। ਕੁਝ ਲੋਕਾਂ ਵੱਲੋਂ ਨਵੀਂ ਵੈਬਸਾਈਟ ਤੇ ਮੁਹੱਈਆ ਜਾਣਕਾਰੀ ਨੂੰ ਬੇਕਾਰ ਦੱਸਿਆ ਜਾ ਰਿਹਾ, ਪਰ ਇੰਨਾ ਜ਼ਰੂਰ ਕਿਹਾ ਜਾ ਰਿਹਾ ਕਿ ਇਹ ਜ਼ਿਆਦਾ ਪੈਸੇ ਦੇ ਕੇ ਕਰਨ ਵਾਲਾ ਕੰਮ ਹੈ। ਕੈਨੇਡਾ ਵੱਲੋਂ ਹਾਲ ਹੀ ਵਿੱਚ ਸਟੱਡੀ ਵੀਜ਼ਾ ਤੋਂ ਇਨਕਾਰ ਦੀ ਦਰ ਬੀਤੇ ਸਾਲਾਂ ਦੇ ਮੁਕਾਬਲੇ ਬਹੁਤ ਵੱਧ ਚੁੱਕੀ ਹੈ। ਇਸ ਦੇਸ਼ ਅਤੇ ਵਿਦੇਸ਼ ਤੋਂ ਕੈਨੇਡਾ ਵਿੱਚ ਪੱਕੇ ਹੋਣ ਦੇ ਚਾਹਵਾਨ ਨੌਜਵਾਨਾਂ ਨੂੰ ਆਪਣੇ ਭਵਿੱਖ ਦੀ ਚਿੰਤਾ ਹੋਣ ਲੱਗੀ ਹੈ। ਕੈਨੇਡਾ ਨੇ ਵੱਡੀ ਗਿਣਤੀ 'ਚ ਭਾਰਤੀ ਵਿਦਿਆਰਥੀਆਂ ਨੂੰ ਵੀ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ। ਆਈਲੈਟਸ ਵਿੱਚ ਚੰਗੇ ਸਕੋਰ ਅਤੇ ਚੰਗੀ ਪ੍ਰੋਫਾਈਲ ਹੋਣ ਦੇ ਬਾਵਜੂਦ ਵਿਦਿਆਰਥੀਆਂ ਦੀਆਂ ਵੀਜ਼ਾ ਅਰਜ਼ੀਆਂ ਰੱਦ ਕੀਤੀਆਂ ਜਾ ਰਹੀਆਂ ਨੇ, ਜਿੱਥੇ ਕਿ ਕੋਵਿਡ-19 ਮਹਾਮਾਰੀ ਤੋਂ ਪਹਿਲਾਂ ਇਹ ਦਰ 15% ਤੋਂ 20% ਦੇ ਵਿਚਕਾਰ ਸੀ। ਹੁਣ ਵੀਜ਼ਾ ਰੱਦ ਹੋਣ ਦੀ ਦਰ 40% ਤੋਂ 50% ਤੱਕ ਦੱਸੀ ਜਾ ਰਹੀ ਹੈ। ਵੀਜ਼ਾ ਸਲਾਹਕਾਰ ਅਨੁਜ ਪਾਰਖ ਦੇ ਅਨੁਸਾਰ ਕੈਨੇਡਾ ਦੇ ਵਿਦਿਆਰਥੀ ਵੀਜ਼ਾ ਰੱਦ ਹੋਣ ਦੀ ਦਰ ਇਸ ਸਾਲ ਦੁੱਗਣੀ ਤੋਂ ਵੱਧ ਗਈ ਹੈ, ਜਿਸ ਨਾਲ ਬਹੁਤ ਸਾਰੇ ਵਿਦਿਆਰਥੀ ਸਹੀ ਸਕੋਰ ਅਤੇ ਕਾਗਜ਼ੀ ਕਾਰਵਾਈ ਦੇ ਬਾਵਜੂਦ ਰੱਦ ਹੋ ਗਏ ਨੇ। ਇਸ ਦੇ ਨਾਲ ਹੀ ਵੀਜ਼ਾ ਸਲਾਹਕਾਰ ਭਾਵਨ ਠਾਕਰ ਦਾ ਕਹਿਣਾ ਹੈ ਕਿ ਕੋਵਿਡ ਮਹਾਮਾਰੀ ਤੋਂ ਪਹਿਲਾਂ ਸਵੀਕ੍ਰਿਤੀ ਦਰ 85% ਸੀ, ਜੋ ਹੁਣ ਘਟ ਕੇ ਲਗਭਗ 55% ਰਹਿ ਗਈ ਹੈ। ਇਹ ਲੰਬੇ ਅਰਜ਼ੀਆਂ ਦੀ ਵੱਧਦੀ ਗਿਣਤੀ ਕਾਰਨ ਹੋ ਸਕਦਾ ਹੈ। ਅੰਗਰੇਜ਼ੀ ਦੇ ਗਿਆਨ ਦੇ ਟੈਸਟ ਬਾਰ-ਬਾਰ ਦੇ ਕੇ ਅਤੇ ਬੈਂਡ ਵਧਾਉਣ ਦੇ ਬਾਵਜੂਦ ਬਿਨੇਕਾਰਾਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ। ਕਈ ਵਿਦਿਆਰਥੀਆਂ ਦੇ ਕੇਸ 3-4 ਵਾਰੀ ਰੱਦ ਹੋ ਚੁੱਕੇ ਨੇ। ਇਕਨੋਮਿਕ ਟਾਈਮਜ਼ ਵਿੱਚ ਛਪੀ ਖਬਰ ਮੁਤਾਬਕ ਸਲਾਹਕਾਰਾਂ ਦਾ ਮੰਨਣਾ ਹੈ ਕਿ ਕੈਨੇਡਾ ਵੀਜ਼ਾ ਅਰਜ਼ੀਆਂ ਨੂੰ ਰੱਦ ਕਰਨ ਦੀ ਵੱਧਦੀ ਦਰ ਹੈਰਾਨੀਜਨਕ ਹੈ। ਆਪਣੇ ਖੇਤਰ ਵਿੱਚ 골ਡ ਮੈਡਲ ਜਿੱਤਣ ਵਾਲੇ ਅਤੇ ਟੌਪਰ ਰਹੇ ਵਿਦਿਆਰਥੀਆਂ ਨੂੰ ਵੀ ਉੱਚ ਸਿੱਖਿਆ ਦੇ ਮੌਕੇ ਤੋਂ ਵਾਂਝੇ ਰੱਖਿਆ ਜਾ ਰਿਹਾ ਹੈ, ਜਦੋਂ ਕਿ ਪਹਿਲਾਂ ਚੰਗੇ ਪ੍ਰੋਫਾਈਲ ਵਾਲੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਲਈ ਵੀਜ਼ਾ ਮਿਲਣਾ ਲਗਭਗ ਤੈਅ ਸੀ। ਸਲਾਹਕਾਰਾਂ ਦਾ ਅੰਦਾਜ਼ਾ ਹੈ ਕਿ ਕੋਵਿਡ-19 ਕਾਰਨ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਉੱਚ ਸਿੱਖਿਆ ਲਈ ਵਿਦੇਸ਼ੀ ਵਿਦਿਆਰਥੀਆਂ ਤੇ ਰੋਕ ਲੱਗੀ ਹੋਈ ਹੈ, ਜਿਸ ਨਾਲ ਵਿਦਿਆਰਥੀ ਹੁਣ ਕੈਨੇਡਾ ਵੱਲ ਰੁਖ ਕਰ ਰਹੇ ਨੇ। ਇਸ ਕਾਰਨ ਬਿਨੇਕਾਰਾਂ ਦੀ ਗਿਣਤੀ ਵਿੱਚ ਕਾਫੀ ਵਾਧਾ ਹੋਇਆ। ਬੀਤੇ ਸਮੇਂ ਵਿੱਚ ਕਰੀਅਰ ਕਾਲਜਾਂ ਦੇ ਪ੍ਰਬੰਧਕੀ ਕਾਰਜਾਂ ਵਿੱਚ ਖਾਮੀ ਕਾਰਨ ਕੈਨੇਡਾ ਸਰਕਾਰ ਨੂੰ ਕਈ ਸ਼ਿਕਾਇਤਾਂ ਮਿਲੀਆਂ ਅਤੇ ਪਤਾ ਲੱਗਿਆ ਕਿ ਮੁੰਡਿਆਂ ਅਤੇ ਲੜਕੀਆਂ ਦਾ ਉਦੇਸ਼ ਪੜ੍ਹਾਈ ਕਰਨਾ ਨਹੀਂ, ਸਗੋਂ ਸਟੱਡੀ ਵੀਜ਼ਾ ਦੇ ਸਹਾਰੇ ਕੈਨੇਡਾ ਵਿੱਚ ਪੈਰ ਰੱਖਣਾ ਅਤੇ ਪੱਕੇ ਹੋਣ ਲਈ ਜੁਗਾੜ ਕਰਨਾ ਹੀ ਰਹਿ ਗਿਆ ਹੈ। ਇਸ ਵਰਤਾਰੇ ਨਾਲ ਪੱਕੇ ਹੋਣ ਲਈ ਲੋੜੀਂਦੇ ਦਸਤਾਵੇਜ਼ ਦੀ ਕੈਨੇਡਾ ਦੇ ਵਿਦਿਅਕ ਅਤੇ ਕਾਰੋਬਾਰੀ ਅਦਾਰਿਆਂ ਤੋਂ ਖਰੀਦ ਵੇਚ ਦਾ ਭ੍ਰਿਸ਼ਟਾਚਾਰ ਵੀ ਸਿਖਰ ਤੇ ਪੁੱਜਦਾ ਗਿਆ, ਜਿਸ ਕਾਰਨ ਕੈਨੇਡਾ ਵਾਸੀ ਅਤੇ ਕੈਨੇਡਾ ਸਰਕਾਰ ਚਿੰਤਿਤ ਹੋ ਗਈ। ਅਜਿਹੇ ਵਿੱਚ ਸਤੰਬਰ ਤੋਂ ਸ਼ੁਰੂ ਹੋਣ ਵਾਲੇ ਸਮੈਸਟਰਸ ਦੇ ਲਈ ਭਾਰਤ ਦੇ ਬਿਨੇਕਾਰਾਂ ਨੂੰ ਆਮ ਨਾਲੋਂ ਬਹੁਤ ਘੱਟ ਵੀਜ਼ੇ ਮਿਲਣ ਦੀਆਂ ਖਬਰਾਂ ਨੇ ਅਤੇ ਇਮੀਗ੍ਰੇਸ਼ਨ ਵਿਭਾਗ ਕੋਲ ਇਸ ਸਮੇਂ ਵੀ 25,000 ਤੋਂ ਵੱਧ ਅਰਜ਼ੀਆਂ ਵਿਚਾਰ ਅਧੀਨ ਨੇ। ਵੀਜ਼ਾ ਸਲਾਹਕਾਰ ਨੇ ਦੱਸਿਆ ਹੈ ਕਿ ਅਸਵੀਕਾਰਨ ਦੇ ਲਈ ਕੋਈ ਰਸਮੀ ਸਪਸ਼ਟੀਕਰਨ ਨਹੀਂ ਹੈ, ਪਰ ਹੈਰਾਨੀਜਨਕ ਹੈ ਕਿਉਂਕਿ ਜ਼ਿਆਦਾਤਰ ਵਿਦਿਆਰਥੀਆਂ ਦੇ ਅਕਾਦਮਿਕ ਪ੍ਰੋਫਾਈਲ ਅਤੇ ਸਹੀ ਕਾਗਜ਼ਾਤ ਨੇ। ਅਸਾਧਾਰਨ ਤੌਰ ਤੇ ਵੱਧ ਰਹੀ ਅਸਵੀਕਾਰਨ ਦਰ ਕਾਰਨ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਤੇ ਬਹੁਤ ਦਬਾਅ ਹੈ। ਤੁਸੀਂ ਦੇਖ ਰਹੇ ਹੋ ਵੀਕਲੀ ਇਮੀਗ੍ਰੇਸ਼ਨ ਅਪਡੇਟ। ਕੈਨੇਡਾ ਵਿੱਚ ਕਾਮਿਆਂ ਦੀ ਭਾਰੀ ਕਮੀ ਨੂੰ ਵੇਖਦਿਆਂ 4 ਸੂਬਾ ਸਰਕਾਰਾਂ ਇਮੀਗ੍ਰੇਸ਼ਨ ਦਾ ਕੰਟਰੋਲ ਆਪਣੇ ਹੱਥਾਂ ਵਿੱਚ ਲੈਣਾ ਚਾਹੁੰਦੀਆਂ ਨੇ ਅਤੇ ਇਸ ਦੀ ਜ਼ੋਰਦਾਰ ਵਕਾਲਤ ਕਰਤਾ ਪੱਤਰ ਫੈਡਰਲ ਸਰਕਾਰ ਨੂੰ ਲਿਖ ਦਿੱਤਾ ਗਿਆ। ontario, ਅਲਬਰਟਾ, ਸਸਕੈਚੁਅਨ ਅਤੇ ਮੈਨੀਟੋਬਾ ਵੱਲੋਂ ਇਮੀਗ੍ਰੇਸ਼ਨ ਮੰਤਰੀ ਫਰੇਜ਼ਰ ਨੂੰ ਲਿਖੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਸੂਬਾ ਸਰਕਾਰਾਂ ਨੂੰ ਆਪਣੀ ਜ਼ਰੂਰਤ ਮੁਤਾਬਕ ਵਧੇਰੇ ਪ੍ਰਵਾਸੀਆਂ ਦੀ ਚੋਣ ਕਰਨ ਦੀ ਆਗਿਆ ਦਿੱਤੀ ਜਾਏ।
ਮੰਗਲਵਾਰ ਰਾਤ ਸਾਹਮਣੇ ਆਏ ਪੱਤਰ ਵਿੱਚ ਸੂਬਾ ਸਰਕਾਰਾਂ ਨੇ ਕਿਹਾ ਹੈ ਕਿ ਵੱਖ-ਵੱਖ ਖੇਤਰਾਂ ਅਤੇ ਕਮਿਊਨਿਟੀਜ਼ ਵਿੱਚ ਤੇਜ਼ੀ ਨਾਲ ਬਦਲ ਰਹੀਆਂ ਜ਼ਰੂਰਤਾਂ ਨੂੰ ਮੁੱਖ ਰੱਖਦਿਆਂ ਅਜਿਹਾ ਲਚੀਲਾ ਇਮੀਗ੍ਰੇਸ਼ਨ ਸਿਸਟਮ ਲੋੜੀਂਦਾ ਹੈ ਜਿਸ ਰਾਹੀਂ ਆਰਥਿਕ ਤਰੱਕੀ ਯਕੀਨੀ ਬਣਾਈ ਜਾ ਸਕੇ। ਨਿਊ ਬ੍ਰੈਂਜ਼ਵਿਕ ਦੇ ਸੇਂਟ ਜੋਹਨ ਵਿਖੇ ਸੈਂਟ ਫਰੇਜ਼ਰ ਨਾਲ ਮੁਲਾਕਾਤ ਤੋਂ ਪਹਿਲਾਂ 4 ਰਾਜ ਸਰਕਾਰਾਂ ਨੇ ਕਿਹਾ ਕਿ ਕੈਨੇਡਾ ਨੂੰ ਵਧੇਰੇ ਕਿਰਤੀਆਂ ਦੀ ਜ਼ਰੂਰਤ ਹੈ ਅਤੇ ਰਾਜਾਂ ਨੂੰ ਕਾਮਿਆਂ ਦੀ ਭਰਤੀ ਕਰਨ ਦਾ ਹੱਕ ਮਿਲਣਾ ਚਾਹੀਦਾ ਹੈ। ਭਾਰਤ ਸਣੇ ਵੱਖ-ਵੱਖ ਦੇਸ਼ਾਂ ਤੋਂ ਸਟੱਡੀ ਵੀਜ਼ਾ ਤੇ ਕੈਨੇਡਾ ਪੜਨ ਜਾ ਰਹੇ ਕੌਮਾਂਤਰੀ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਮੋਟਾ ਖਰਚ ਕਰਨਾ ਪੈਂਦਾ। ਉਹਨਾਂ ਨੂੰ ਸਥਾਨਕ ਵਿਦਿਆਰਥੀਆਂ ਦੇ ਮੁਕਾਬਲੇ ਜ਼ਿਆਦਾ ਫੀਸ ਅਦਾ ਕਰਨੀ ਪੈਂਦੀ ਹੈ। ਪਰ ਕੈਨੇਡਾ ਦਾ ਕਿਊਬੈਕ ਸੂਬਾ ਕੌਮਾਂਤਰੀ ਵਿਦਿਆਰਥੀਆਂ ਨੂੰ ਹੱਲਾਸ਼ੇਰੀ ਦੇਣ ਦੇ ਲਈ ਟਿਊਸ਼ਨ ਸਣੇ ਕਈ ਹੋਰ ਫੀਸਾਂ 'ਚ ਛੋਟ ਦੇਣ ਜਾ ਰਿਹਾ, ਜਿਸ ਨਾਲ ਪ੍ਰਵਾਸੀ ਵਿਦਿਆਰਥੀਆਂ ਨੂੰ ਕੁਝ ਰਾਹਤ ਮਿਲੇਗੀ। ਆਮ ਤੌਰ ਤੇ ਕੈਨੇਡਾ ਆਉਣ ਵਾਲੇ ਕੌਮਾਂਤਰੀ ਵਿਦਿਆਰਥੀ ਜਦੋਂ ਕਿਊਬੈਕ ਸੂਬੇ ਵਿੱਚ ਆਉਂਦੇ ਨੇ ਤਾਂ ਇੱਥੇ ਡਿਗਰੀ ਹਾਸਲ ਕਰਨ ਅਤੇ ਕਿਸੇ ਪਬਲਿਕ ਕਾਲਜ ਵਿੱਚ ਦਾਖਲਾ ਲੈਣ ਲਈ ਉਹਨਾਂ ਨੂੰ ਸਥਾਨਕ ਵਿਦਿਆਰਥੀਆਂ ਦੇ ਮੁਕਾਬਲੇ ਖਾਸ ਟਿਊਸ਼ਨ ਫੀਸ ਦਾ ਭੁਗਤਾਨ ਕਰਨਾ ਪੈਂਦਾ ਹੈ। ਇਹ ਫੀਸ ਕੋਰਸ ਦੇ ਹਿਸਾਬ ਨਾਲ ਵੱਖ-ਵੱਖ ਹੁੰਦੀ ਹੈ, ਪਰ ਔਸਤਨ ਹਰੇਕ ਕੌਮਾਂਤਰੀ ਵਿਦਿਆਰਥੀਆਂ ਨੂੰ ਕਾਲਜ ਪੱਧਰ ਤੇ ਸਾਲਾਨਾ ਲਗਭਗ $17,000 ਅਤੇ ਅੰਡਰ ਗ੍ਰੈਜੂਏਟ ਪੱਧਰ ਤੇ $24,000 ਖਰਚ ਕਰਨੇ ਪੈਂਦੇ ਨੇ। ਅੰਮ੍ਰਿਤਸਰ ਅੰਤਰਰਾਸ਼ਟਰੀ ਸ੍ਰੀ ਗੁਰੂ ਰਾਮਦਾਸ ਹਵਾਈ ਅੱਡਾ ਪਹਿਲਾਂ ਨਾਲੋਂ ਵੀ ਵੱਧ ਤਰੱਕੀ ਕਰ ਰਿਹਾ। ਪਿਛਲੇ ਸਮੇਂ ਨਾਲੋਂ ਯਾਤਰੀਆਂ ਦੀ ਗਿਣਤੀ 'ਚ 18% ਵਾਧਾ ਕਰਨ ਤੋਂ ਬਾਅਦ ਹੁਣ ਇੱਥੇ ਲੰਡਨ ਜਾਣ ਵਾਲਿਆਂ ਦੇ ਉਡਾਣਾਂ 'ਚ ਵਾਧਾ ਹੋ ਰਿਹਾ। ਜੀ ਹਾਂ, ਲੰਡਨ ਜਾਣ ਵਾਲੀਆਂ ਉਡਾਣਾਂ ਵਧਣ ਜਾ ਰਹੀਆਂ ਨੇ। ਜਾਣਕਾਰੀ ਦੇ ਅਨੁਸਾਰ ਅੰਮ੍ਰਿਤਸਰ ਹਵਾਈ ਅੱਡੇ ਤੋਂ ਹੰਸ 에ਅਰਲਾਈਨਜ਼ ਅਤੇ 에ਅਰਪੌਪ ਨਾਂ ਦੀਆਂ 2 에ਅਰਲਾਈਨਜ਼ ਸਤੰਬਰ ਤੋਂ ਅੰਮ੍ਰਿਤਸਰ ਹਵਾਈ ਅੱਡੇ ਤੋਂ ਉਡਾਣ ਭਰਨ ਦੀ ਤਿਆਰੀ ਕਰ ਰਹੀਆਂ ਨੇ। ਇਹਨਾਂ ਦੋਵਾਂ ਉਡਾਣਾਂ ਦੇ ਵਧਣ ਨਾਲ ਪੰਜਾਬ ਦੇ ਦੂਸਰੇ ਸ਼ਹਿਰਾਂ ਦੇ ਹਵਾਈ ਯਾਤਰੀਆਂ ਨੂੰ ਦਿੱਲੀ ਵੱਲ ਨਹੀਂ ਜਾਣਾ ਪਏਗਾ, ਉਹਨਾਂ ਨੂੰ ਇੱਥੋਂ ਹੀ ਇਹ ਸਹੂਲਤ ਮਿਲ ਜਾਏਗੀ। ਇਹ ਦੱਸਣਾ ਜ਼ਰੂਰੀ ਹੈ ਕਿ ਕੋਵਿਡ-19 ਤੋਂ ਪਹਿਲਾਂ ਦੇ ਸਮੇਂ ਵਿੱਚ 24 ਲੱਖ ਯਾਤਰੀ ਅੰਮ੍ਰਿਤਸਰ ਹਵਾਈ ਅੱਡੇ ਤੇ ਆਉਂਦੇ ਜਾਂਦੇ ਸੀ, ਜਦਕਿ ਕੋਵਿਡ-19 ਦੇ ਦੌਰ ਵਿੱਚ ਇਹ ਗਿਣਤੀ 60% ਤੋਂ ਵੀ ਘਟ ਗਈ ਸੀ। ਹੁਣ ਯਾਤਰੀਆਂ ਦਾ ਰੁਝਾਨ ਵੱਧ ਜਾਣ ਕਾਰਨ ਕੋਵਿਡ-19 ਦੀ ਸਥਿਤੀ ਨਾਲ ਅਸੀਂ ਅੱਗੇ ਵੱਧ ਚੁੱਕੇ ਹਾਂ ਤੇ ਆਉਣ ਵਾਲੇ 2 ਮਹੀਨਿਆਂ ਵਿੱਚ ਗਿਣਤੀ 28 ਲੱਖ ਨੂੰ ਪਾਰ ਵੀ ਕਰ ਸਕਦੀ ਹੈ। ਤੁਸੀਂ ਦੇਖ ਰਹੇ ਹੋ ਵੀਕਲੀ ਇਮੀਗ੍ਰੇਸ਼ਨ ਅਪਡੇਟ। ਮਹਾਨਗਰ ਤੋਂ ਹੁਣ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ, ਜੀ ਹਾਂ, ਜਲੰਧਰ ਤੋਂ ਜਾਣੇ ਕਿ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਨਵੀਂ ਦਿੱਲੀ ਤੱਕ ਪਹੁੰਚਣਾ ਕੋਈ ਮੁਸ਼ਕਲ ਕੰਮ ਨਹੀਂ ਰਹਿ ਗਿਆ। ਜਲੰਧਰ ਦੇ ਸ਼ਹੀਦ ਆਜ਼ਮ ਭਗਤ ਸਿੰਘ ਇੰਟਰਸਟੇਟ ਬੱਸ ਟਰਮੀਨਲ ਤੋਂ ਰੋਜ਼ਾਨਾ 13 ਵੋਲਵੋ ਬੱਸਾਂ IGI 에ਅਰਪੋਰਟ ਨਵੀਂ ਦਿੱਲੀ ਲਈ ਰਵਾਨਾ ਹੋ ਰਹੀਆਂ ਨੇ। ਪੰਜਾਬ ਰੋਡਵੇਜ਼ ਜਲੰਧਰ ਤੋਂ ਇੱਕ ਡਿਪੂ, 5 ਅੰਮ੍ਰਿਤਸਰ ਤੋਂ ਲੁਧਿਆਣਾ ਦੇ ਪਠਾਨਕੋਟ ਇੱਕ ਤੇ PRTC ਜਲੰਧਰ ਤੋਂ ਰੋਜ਼ਾਨਾ 4 ਵੋਲਵੋ ਬੱਸਾਂ ਦਾ ਸੰਚਾਲਨ IGI 에ਅਰਪੋਰਟ ਨਵੀਂ ਦਿੱਲੀ ਲਈ ਕੀਤਾ ਜਾ ਰਿਹਾ। ਪੰਜਾਬ ਰੋਡਵੇਜ਼ ਤੇ PRTC ਦੀਆਂ ਦੋਵੇਂ ਵੋਲਵੋ ਬੱਸਾਂ ਜਲੰਧਰ ਤੋਂ IGI 에ਅਰਪੋਰਟ ਤੱਕ ਪ੍ਰਤੀ ਯਾਤਰੀ ₹1160 ਕਿਰਾਇਆ ਵਸੂਲਿਆ ਜਾਏਗਾ। ਟਾਈਮ ਟੇਬਲ ਔਰ ਇਹ ਵਸੂਲਿਆ ਵੀ ਜਾ ਰਿਹਾ। ਟਾਈਮ ਟੇਬਲ ਮੁਤਾਬਕ ਬਹੁਤ ਬੱਸਾਂ ਦਾ ਅਲੱਗ-ਅਲੱਗ ਟਾਈਮ ਹੈ, ਜੋ ਤੁਸੀਂ ਬੱਸ ਸਟੈਂਡ ਤੋਂ ਵੀ ਪਤਾ ਕਰ ਸਕਦੇ ਹੋ। ਆਨਲਾਈਨ ਵੀ ਤੁਸੀਂ ਇਸ ਨੂੰ ਚੈੱਕ ਕਰ ਸਕਦੇ ਹੋ। ਬਿਲਕੁਲ, ਔਰ ਨਾਲ ਦੇ ਨਾਲ ਨਵੀਂ ਦਿੱਲੀ ਲਈ ਰਵਾਨਾ ਹੋ ਰਹੀਆਂ ਇਹਨਾਂ ਬੱਸਾਂ ਨੂੰ ਲੋਕ ਕਾਫੀ ਪਸੰਦ ਕਰ ਰਹੇ ਨੇ। ਪੰਜਾਬ ਸਰਕਾਰ ਵੱਲੋਂ ਬੀਤੀ 15 ਜੂਨ ਨੂੰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ IGI 에ਅਰਪੋਰਟ ਨਵੀਂ ਦਿੱਲੀ ਲਈ ਵੋਲਵੋ ਬੱਸ ਸੇਵਾ ਸ਼ੁਰੂ ਕੀਤੀ ਗਈ ਸੀ। ਪੰਜਾਬ ਰੋਡਵੇਜ਼ ਤੇ PRTC ਦੀ ਵੋਲਵੋ ਬੱਸ ਸੇਵਾ ਨੂੰ ਲੈ ਕੇ ਯਾਤਰੀਆਂ 'ਚ ਭਾਰੀ ਉਤਸ਼ਾਹ ਵੇਖਿਆ ਜਾ ਰਿਹਾ। ਯਾਤਰੀ ਨਿੱਜੀ ਆਪਰੇਟਰਾਂ ਦੀਆਂ ਮਹਿੰਗੀਆਂ ਸੁਪਰ ਡਿਲਕਸ ਬੱਸਾਂ ਦੀ ਬਜਾਏ ਹੁਣ ਸਰਕਾਰੀ ਵੋਲਵੋ 'ਚ 에ਅਰਪੋਰਟ ਜਾਣ ਨੂੰ ਤਰਜੀਹ ਦੇਣ ਲੱਗ ਪਏ ਨੇ। ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ ਯਾਨੀ ਕਿ DGCA ਨੇ ਸਪਾਈਸ ਜੈਟ ਤੇ ਵੱਡੀ ਕਾਰਵਾਈ ਕਰਦੇ ਹੋਏ ਇਸ ਦੀਆਂ 50% ਉਡਾਣਾਂ ਤੇ 8 ਹਫ਼ਤਿਆਂ ਲਈ ਪਾਬੰਦੀ ਲਾ ਦਿੱਤੀ ਹੈ। DGCA ਨੇ ਇਹ ਆਦੇਸ਼ ਇਸ ਹਫ਼ਤੇ ਦਿੱਤੇ ਸਨ। DGCA ਨੇ ਇਹ ਕਾਰਵਾਈ ਆਪਣੇ ਜਹਾਜ਼ ਵਿੱਚ ਖਰਾਬੀ ਤੇ ਮੱਦੇਨਜ਼ਰ ਕੀਤੀ ਹੈ। DGCA ਵੱਲੋਂ ਜਾਰੀ ਅੰਤਰਿਮ ਹੁਕਮ ਵਿੱਚ ਕਿਹਾ ਗਿਆ ਹੈ ਕਿ 1 ਅਪ੍ਰੈਲ ਤੋਂ 5 ਜੁਲਾਈ ਦਰਮਿਆਨ ਵਾਪਰੀ ਘਟਨਾ ਦਾ ਜ਼ਿਕਰ ਵੀ ਕੀਤਾ ਗਿਆ। DGCA ਨੇ ਕਿਹਾ ਕਿ ਸਪਾਈਸ ਜੈਟ ਇੱਕ ਸੁਰੱਖਿਅਤ, ਕੁਸ਼ਲ ਤੇ ਭਰੋਸੇਮੰਦ ਹਵਾਈ ਆਵਾਜਾਈ ਸੇਵਾ ਸਥਾਪਿਤ ਕਰਨ ਵਿੱਚ ਅਸਫਲ ਰਹੀ ਹੈ। ਆਦੇਸ਼ 'ਚ ਕਿਹਾ ਗਿਆ ਕਿ 에ਅਰਲਾਈਨ ਇਸ ਨੂੰ ਰੋਕਣ ਲਈ ਉਪਾਅ ਕਰ ਰਹੀ ਹੈ, ਪਰ ਉਸ ਨੂੰ ਸੁਰੱਖਿਅਤ ਅਤੇ ਭਰੋਸੇਮੰਦ ਹਵਾਈ ਸੇਵਾ ਲਈ ਆਪਣੇ ਯਤਨ ਜਾਰੀ ਰੱਖਣ ਦੀ ਲੋੜ ਵੀ ਹੈ। DGCA ਦੀ ਕਾਰਵਾਈ ਤੋਂ ਬਾਅਦ ਸਪਾਈਸ ਜੈਟ ਨੇ ਬਿਆਨ ਜਾਰੀ ਕੀਤਾ। ਕੰਪਨੀ ਨੇ ਕਿਹਾ ਕਿ ਸਾਨੂੰ DGCA ਦਾ ਆਦੇਸ਼ ਮਿਲ ਗਿਆ ਤੇ ਅਸੀਂ ਰੈਗੂਲੇਟਰ ਦੇ ਨਿਰਦੇਸ਼ਾਂ ਅਨੁਸਾਰ ਕੰਮ ਕਰਾਂਗੇ। ਮੌਜੂਦਾ ਘੱਟ ਯਾਤਰਾ ਦੇ ਸੀਜ਼ਨ ਕਾਰਨ ਸਪਾਈਸ ਜੈਟ ਨੇ ਹੋਰ 에ਅਰਲਾਈਨਸ ਵਾਂਗ ਪਹਿਲਾਂ ਹੀ ਆਪਣੇ ਫਲਾਈਟ ਸੰਚਾਲਨ ਨੂੰ ਮੁੜ ਤੋਂ ਤੈਅ ਕਰ ਲਿਆ ਸੀ। ਇਸ ਲਈ ਸਾਡੀਆਂ ਉਡਾਣਾਂ ਦੇ ਸੰਚਾਲਨ ਤੇ ਬਿਲਕੁਲ ਕੋਈ ਵੀ ਪ੍ਰਭਾਵ ਨਹੀਂ ਪਏਗਾ। ਅਸੀਂ ਆਪਣੇ ਯਾਤਰੀਆਂ ਨੂੰ
ਭਰੋਸਾ ਦਿਵਾਉਣਾ ਚਾਹੁੰਦੇ ਹਾਂ ਕਿ ਆਉਣ ਵਾਲੇ ਦਿਨਾਂ ਅਤੇ ਹਫ਼ਤਿਆਂ 'ਚ ਸਾਡੀਆਂ ਉਡਾਣਾਂ ਸਮਾਂ ਸਾਰਣੀ ਦੇ ਅਨੁਸਾਰ ਯਾਨੀ ਕਿ ਟਾਈਮ ਟੇਬਲ ਦੇ ਅਨੁਸਾਰ ਚੱਲਣਗੀਆਂ। ਇਸ ਆਦੇਸ਼ ਦੇ ਨਤੀਜੇ ਵਜੋਂ ਕੋਈ ਵੀ ਫਲਾਈਟ ਰੱਦ ਨਹੀਂ ਕੀਤੀ ਜਾਏਗੀ। 12 ਜੁਲਾਈ ਨੂੰ ਸਪਾਈਸ ਜੈਟ ਦੀ ਦੁਬਈ ਮਦੁਰਾਈ ਫਲਾਈਟ ਦੇ ਅਗਲੇ ਪਹੀਏ 'ਚ ਖਰਾਬੀ ਆ ਗਈ ਸੀ। ਇਸ ਤੋਂ ਪਹਿਲਾਂ ਵੀ ਕਈ ਅਜਿਹੀਆਂ ਘਟਨਾਵਾਂ ਵਾਪਰੀਆਂ ਜਿਨ੍ਹਾਂ ਨੇ ਜਹਾਜ਼ਾਂ ਤੇ ਸਵਾਲ ਖੜੇ ਕੀਤੇ। DGCA ਨੇ 6 ਜੁਲਾਈ ਨੂੰ ਜਹਾਜ਼ ਵਿੱਚ ਤਕਨੀਕੀ ਖਰਾਬੀ ਦੀਆਂ 8 ਘਟਨਾਵਾਂ ਤੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ। ਹਵਾਬਾਜ਼ੀ ਰੈਗੂਲੇਟਰ ਨੇ ਕਿਹਾ ਸੀ ਕਿ ਸਸਤੀ ਸੇਵਾ ਪ੍ਰਦਾਨ ਕਰਨ ਵਾਲੀ ਕੰਪਨੀ ਸੁਰੱਖਿਅਤ, ਪ੍ਰਭਾਵੀ ਅਤੇ ਭਰੋਸੇਮੰਦ ਹਵਾਈ ਸੇਵਾ ਪ੍ਰਦਾਨ ਕਰਨ 'ਚ ਸਫਲ ਰਹੀ ਹੈ। ਪੰਜਾਬ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ ਤੋਂ ਦੁਬਈ ਤੇ ਸ਼ਾਰਜਾ ਵਿਚਕਾਰ ਰੋਜ਼ਾਨਾ ਚੱਲਣ ਵਾਲੇ ਇੰਡੀਗੋ 에ਅਰਲਾਈਨਸ ਦੀ ਉਡਾਣ ਨੂੰ ਬੰਦ ਕਰ ਦਿੱਤਾ ਗਿਆ ਹੈ। ਇਹ ਉਡਾਣ 31 ਜੁਲਾਈ ਨੂੰ ਆਪਣੀ ਆਖਰੀ ਉਡਾਣ ਭਰ ਚੁੱਕੀ ਹੈ। ਫਲਾਈਟ ਦੇ ਰੱਦ ਹੋਣ ਦੇ ਕਾਰਨ ਬਾਰੇ ਅਜੇ ਤੱਕ 에ਅਰਲਾਈਨਸ ਨਾਲ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ, ਪਰ ਫਲਾਈਟ ਦੀ ਬੁਕਿੰਗ ਬੰਦ ਕਰ ਦਿੱਤੀ ਗਈ ਹੈ। ਇੰਡੀਗੋ 에ਅਰਲਾਈਨਸ ਦੀ ਫਲਾਈਟ ਰੋਜ਼ਾਨਾ ਅੰਮ੍ਰਿਤਸਰ ਤੋਂ ਸ਼ਾਰਜਾ ਲਈ ਉਡਾਣ ਭਰਦੀ ਸੀ, ਪਰ 에ਅਰਲਾਈਨਸ ਨੇ 31 ਜੁਲਾਈ ਤੋਂ ਬਾਅਦ ਬੁਕਿੰਗ ਬੰਦ ਕਰਨ ਦਾ ਫੈਸਲਾ ਕੀਤਾ। ਰੋਜ਼ਾਨਾ ਅੰਮ੍ਰਿਤਸਰ ਤੋਂ ਸ਼ਾਰਜਾ ਲਈ ਇਹ ਇੱਕੋ ਇੱਕ ਫਲਾਈਟ ਸੀ ਜੋ ਜਾਂਦੀ ਸੀ। ਇਸ ਹਫ਼ਤੇ ਜਰਮਨ 에ਅਰਲਾਈਨਸ ਲੁਫਥਾਂਸਾ ਦੇ ਲੌਜਿਸਟਿਕ ਅਤੇ ਟਿਕਟਿੰਗ ਕਰਮਚਾਰੀਆਂ ਦੇ ਹੜਤਾਲ ਤੇ ਚਲੇ ਜਾਣ ਕਾਰਨ ਬੁੱਧਵਾਰ ਨੂੰ 에ਅਰਲਾਈਨਸ ਦੀਆਂ 1000 ਤੋਂ ਵੱਧ ਉਡਾਣਾਂ ਰੱਦ ਹੋਈਆਂ ਸੀ। ਰਿਪੋਰਟ ਦੇ ਮੁਤਾਬਕ ਵੱਡੇ ਪੱਧਰ ਤੇ ਉਡਾਣਾਂ ਦੇ ਰੱਦ ਹੋਣ ਨਾਲ ਕਰੀਬ 1,34,000 ਯਾਤਰੀ ਪਰੇਸ਼ਾਨ ਹੋਏ ਸੀ। ਉਹਨਾਂ ਨੂੰ ਜਾਂ ਤਾਂ ਆਪਣੀ ਯਾਤਰਾ ਰੱਦ ਕਰਨੀ ਪਈ ਜਾਂ ਫਿਰ ਨਵੇਂ ਸਿਰੇ ਤੋਂ ਯੋਜਨਾ ਬਣਾਉਣ ਲਈ ਮਜਬੂਰ ਹੋਣਾ ਪਿਆ। ਇੱਕ ਦਿਨ ਪਹਿਲਾਂ ਮੰਗਲਵਾਰ ਨੂੰ ਵੀ ਇਸ 에ਅਰਲਾਈਨ ਦੀਆਂ 47 ਉਡਾਣਾਂ ਰੱਦ ਕੀਤੀਆਂ ਗਈਆਂ। ਉਡਾਣਾਂ ਰੱਦ ਹੋਣ ਨਾਲ ਫਰੈਂਕਫਰਟ ਅਤੇ ਮਿਊਨਿਖ ਵਿੱਚ ਸਥਿਤ ਪ੍ਰਮੁੱਖ ਕੇਂਦਰ ਦੇ ਇਲਾਵਾ ਹੋਰ ਵੀ ਬਹੁਤ ਸਾਰੇ ਯਾਤਰੀ ਪਰੇਸ਼ਾਨ ਹੋਏ। ਬਹੁਤ ਸਾਰੇ ਯਾਤਰੀ ਤਾਂ ਵਿਚਕਾਰ ਫਲਾਈਟ ਹੀ ਫਸ ਗਏ। ਹੜਤਾਲ ਕਾਰਨ ਨਵੀਂ ਦਿੱਲੀ, ਬੈਂਕਾਕ, ਨਿਊਯਾਰਕ, ਲਾਸ ਏਂਜਲਸ, ਸਿੰਗਾਪੁਰ, ਜੋਹਾਨਸਬਰਗ ਦੀਆਂ ਉਡਾਣਾਂ ਵੀ ਰੱਦ ਹੋਈਆਂ। 에ਅਰਲਾਈਨ ਦੇ ਟਿਕਟਿੰਗ ਅਤੇ ਲੌਜਿਸਟਿਕ ਸੇਵਾ ਕਰਮਚਾਰੀਆਂ ਨੇ ਸੋਮਵਾਰ ਨੂੰ ਹੀ ਤਨਖਾਹ ਵਾਧੇ ਸਮੇਤ ਹੋਰ ਮੰਗਾਂ ਨੂੰ ਲੈ ਕੇ ਇਸ ਹਫ਼ਤੇ ਹੜਤਾਲ ਦੀ ਘੋਸ਼ਣਾ ਕਰ ਦਿੱਤੀ ਸੀ। 20,000 ਕਰਮੀਆਂ ਨੇ ਕਿਹਾ ਕਿ ਹੜਤਾਲ ਦਾ ਸਮਰਥਨ ਕਰਾਂਗੇ। ਇੱਥੇ ਇਹ ਵੀ ਦੱਸ ਦਿੰਦੇ ਆ ਕਿ 92,000 ਲੋਕ ਫਰੈਂਕਫਰਟ ਤੋਂ ਪ੍ਰਭਾਵਿਤ ਹੋਏ ਨੇ। ਕੋਰੋਨਾ ਦਾ ਖੌਫ ਘਟਣ ਤੋਂ ਬਾਅਦ ਦੁਨੀਆ ਭਰ ਦੇ ਹਵਾਈ ਅੱਡਿਆਂ ਤੇ ਯਾਤਰੀਆਂ ਦੀ ਭੀੜ ਦਿਖਣ ਲੱਗੀ ਹੈ, ਪਰ ਕੈਨੇਡਾ ਦੇ ਸਭ ਤੋਂ ਵੱਡੇ ਹਵਾਈ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ, ਜੀ ਹਾਂ, ਸਭ ਤੋਂ ਵੱਡੇ ਹਵਾਈ ਅੱਡੇ ਤੇ ਜਿੱਥੇ ਕਈ ਮਹੀਨਿਆਂ ਤੋਂ ਯਾਤਰੀਆਂ ਦੀਆਂ ਲੰਬੀਆਂ ਲਾਈਨਾਂ ਦਿਖ ਰਹੀਆਂ ਨੇ, ਫਲਾਈਟ ਕੈਂਸਲ ਜਾਂ ਡਿਲੇ ਹੋਣ ਦੀ ਸਮੱਸਿਆ ਆ ਰਹੀ ਹੈ। ਇੱਥੇ ਹੀ ਬਸ ਨਹੀਂ ਹੈ, ਯਾਤਰੀਆਂ ਦੇ ਬੈਗ ਤੱਕ ਗਵਾਚ ਰਹੇ ਨੇ। ਇਹਨਾਂ ਅੰਕੜਿਆਂ ਦੇ ਚਲਦਿਆਂ ਕੈਨੇਡਾ ਦਾ ਇਹ ਹਵਾਈ ਅੱਡਾ ਹੁਣ ਯਾਤਰੀਆਂ ਦੇ ਮਨ ਚੋਂ ਉਤਰਦਾ ਹੋਇਆ ਦਿਖਾਈ ਦੇਣ ਲੱਗਾ ਤੇ ਉਹ ਸੋਸ਼ਲ ਮੀਡੀਆ ਤੇ ਇਸ ਨੂੰ ਜੰਮ ਕੇ ਲਾਹਨਤਾਂ ਪਾਉਣ ਲੱਗੇ ਨੇ। ਲਗਾਤਾਰ ਔਕੜਾਂ ਦਾ ਸਾਹਮਣਾ ਕਰ ਰਹੇ ਹਵਾਈ ਯਾਤਰੀਆਂ ਦਾ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਤੋਂ ਮੋਹ ਭੰਗ ਹੋ ਰਿਹਾ, ਇਹ ਵੀ ਜਾਪਣ ਲੱਗਾ। ਇਸ ਦੇ ਚਲਦਿਆਂ ਕੁਝ ਟੂਰਿਜ਼ਮ ਗਰੁੱਪਸ ਨੂੰ ਇਹ ਚਿੰਤਾ ਆ ਕਿ ਆਉਣ ਵਾਲੇ ਸਮੇਂ 'ਚ ਵੱਡੀ ਗਿਣਤੀ ਹਵਾਈ ਯਾਤਰੀ ਇਸ 에ਅਰਪੋਰਟ ਦੇ ਨਾਲ-ਨਾਲ ਟੋਰਾਂਟੋ ਸ਼ਹਿਰ ਤੋਂ ਵੀ ਨਾ ਮੂੰਹ ਮੋੜ ਲੈਣ। ਇਸ ਕਾਰਨ ਵੱਡੀ ਸਮੱਸਿਆ ਖੜੀ ਹੋ ਸਕਦੀ ਹੈ। ਓਨਟਾਰੀਓ ਦੇ ਟੂਰਿਜ਼ਮ ਇੰਡਸਟਰੀ ਐਸੋਸੀਏਸ਼ਨ ਨੇ ਕਿਹਾ ਕਿ ਅਰਾਈਵ ਕੈਨ ਐਂਟਰੀ ਐਪ ਜਿਹੀਆਂ ਯਾਤਰਾ ਪਾਬੰਦੀਆਂ ਵੀ ਪੀਅਰਸਨ 에ਅਰਪੋਰਟ ਤੇ ਯਾਤਰਾ ਵਾਪਸੀ ਵਿੱਚ ਰੁਕਾਵਟ ਪਾ ਰਹੀਆਂ ਨੇ। ਟੋਰਾਂਟੋ ਰੀਜਨ ਬੋਰਡ ਆਫ ਟ੍ਰੇਡ ਦਾ ਕਹਿਣਾ ਹੈ ਕਿ ਜੇਕਰ ਇਸ ਹਵਾਈ ਅੱਡੇ ਤੇ ਸਮੱਸਿਆ ਦਾ ਜਲਦ ਹੱਲ ਨਹੀਂ ਕੱਢਿਆ ਗਿਆ ਤਾਂ ਹਵਾਈ ਕਾਰੋਬਾਰ ਤੇ ਬਹੁਤ ਮਾੜਾ ਅਸਰ ਪੈ ਸਕਦਾ ਹੈ। ਇਹ ਸਨ ਇਸ ਹਫ਼ਤੇ ਦੀਆਂ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਕੁਝ ਅਪਡੇਟਸ। ਅਗਲੇ ਹਫ਼ਤੇ ਮੈਂ ਫਿਰ ਤੋਂ ਹਾਜ਼ਰ ਹੋਊਂਗੀ ਦੀਨ ਦੁਨੀਆ ਦੇ ਕੋਨੇ-ਕੋਨੇ ਤੋਂ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਲੈ ਕੇ। ਵਰੁਣ ਕੌਰ ਨੂੰ ਇਸ ਪ੍ਰੋਗਰਾਮ ਨੂੰ ਇੱਥੇ ਖਤਮ ਕਰਨ ਦੀ ਆਗਿਆ ਦੇ ਦਿਓ ਤੇ ਸਾਡਾ YouTube ਚੈਨਲ ਪੰਜਾਬ ਮੇਲ USA TV ਕਰ ਦਿਓ ਸਬਸਕ੍ਰਾਈਬ ਜੀ। ਸਤਿ ਸ੍ਰੀ ਅਕਾਲ।